ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਤੀਜੇ ਦੇ ਚੌਥੇ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਤੀਜਾ। ਮਾਇਆ ਸਰ ਸਬਲ ਵਰਤੇ ਜੀਓ, ਕਿਉ ਕਰ ਦਤਰ ਤਰਿਆ ਜਾਏ। ਰਾਮ ਨਾਮ ਕਰ ਬਹੁਥਾ ਜੀਓ, ਸ਼ਬਦ ਖੇਡ ਵਿੱਚ ਪਾਏ। ਸ਼ਬਦ ਖੇਡ ਵਿੱਚ ਪਾਏ ਹਰ ਆਪ ਲੰਘਾਏ। ਇਨ ਬਿਦਤਰ ਤਰੀਏ, ਗੁਰਮੁਖ ਭਗਤ ਪ੍ਰਾਪਤ ਹੋਵੇ। ਜੀਵਤ ਆਓ ਮਰੀਏ, ਖਿਨਮੇ ਰਾਮ ਨਾਮ ਕਿਲ ਵਿਖ ਕਾਟੇ। ਭਏ ਪਵਿੱਤ ਸਰੀਰਾ, ਨਾਨਕ ਰਾਮ ਨਾਮ ਨਿਸਤਾਰਾ। ਕੰਚਨ ਭੈ ਮਨੂਰਾ, ਇਸਤਰੀ ਪੁਰਖ ਕਾਮ ਵਿਆਪੇ ਜੀਓ। ਰਾਮ ਨਾਮ ਕੀ ਬਿਦ ਨਹੀਂ ਜਾਣੀ। ਮਾਤ ਪਿਤਾ ਸੁਤ ਭੀ ਭਾਈ ਖਰੇ ਪਿਆਰੇ ਜੀਓ। ਡੁੱਬ ਮੂਏ ਬਿਨ ਪਾਣੀ, ਡੁੱਬ ਬੂਏ ਬਿਨ ਪਾਣੀ ਗਤ ਨਹੀਂ ਜਾਣੀ। ਹਉਮੈ ਤਾਤ ਸੰਸਾਰੇ, ਜੋ ਆਇਆ ਸੋ ਸਭ ਕੋ ਜਾਸੀ। ਉਬਰੇ ਗੁਰ ਵਿਚਾਰੇ, ਗੁਰਮੁਖ ਹੋਵੇ ਰਾਮ ਨਾਮ ਵਖਾਣੇ। ਆਪ ਤਰੇ ਕੁਲ ਤਾਰੇ, ਨਾਨਕ ਨਾਮ ਵਸੇ ਕਟੇ ਅੰਤਰ। ਗੁਰਮਤਿ ਮਿਲੇ ਪਿਆਰੇ, ਰਾਮ ਨਾਮ ਬਿਨ ਕੋ ਥਿਰ ਨਾਹੀ ਜੀਓ। ਬਾਜੀ ਹੈ ਸੰਸਾਰਾ, ਦ੍ਰਿੜ ਭਗਤ ਸੱਚੀ ਜੀਓ। ਰਾਮ ਨਾਮ ਵਪਾਰਾ, ਰਾਮ ਨਾਮ ਵਪਾਰਾ ਅਗਮ ਅਪਾਰਾ। ਗੁਰਮਤਿ ਧਨ ਪਾਈਏ, ਸੇਵਾ ਸੁਰਤ ਭਗਤ ਏ ਸਾਚੀ। ਵਿੱਚੋਂ ਆਪ ਗਵਾਈਏ, ਹਮ ਮਤਹੀਣ ਮੂਰਖ ਮੁਗਧ ਅੰਧੇ। ਸਤਿਗੁਰ ਮਾਰਗ ਪਾਏ, ਨਾਨਕ ਗੁਰਮੁਖ ਸ਼ਬਦ ਸੁਹਾਵੈ। ਅੰਧਨ ਹਰ ਗੁਣ ਗਾਏ, ਆਪ ਕਰਾਏ ਕਰੇ ਆਪ ਜੀਓ। ਆਪੇ ਸ਼ਬਦ ਸਵਾਰੇ, ਆਪੇ ਸਤਿਗੁਰੂ ਆਪ ਸ਼ਬਦ ਜੀਓ। ਜੁਗ ਜੁਗ ਭਗਤ ਪਿਆਰੇ, ਜੁਗ ਜੁਗ ਭਗਤ ਪਿਆਰੇ। ਹਰ ਆਪ ਸਵਾਰੇ, ਆਪੇ ਭਗਤੀ ਲਾਏ। ਆਪੇ ਦੀਨਾ ਆਪੇ ਬੀਨਾ, ਆਪੇ ਸੇਵਕ ਰਾਏ। ਆਪੇ ਗੁਣ ਦਾਤਾ ਅਵਗੁਣ ਕਾਟੇ, ਹਿਰਦੇ ਨਾਮ ਵਸਾਏ। ਨਾਨਕ ਸਦ ਬਲਿਹਾਰੀ ਸੱਚੇ, ਵਿਟੋ ਆਪੇ ਕਰੇ ਕਰਾਏ। ਆਪੇ ਗੁਣ ਦਾਤਾ ਅਵਗੁਣ ਕਾਟੇ, ਹਿਰਦੇ ਨਾਮ ਵਸਾਏ। ਨਾਨਕ ਸਦ ਬਲਿਹਾਰੀ ਸੱਚੇ, ਵਿਟੋ ਆਪੇ ਕਰੇ ਕਰਾਏ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਮਾਇਆ ਦੇ ਮੋਹ ਰੂਪ ਪ੍ਰਬਲ ਸਮੁੰਦਰ ਆਪਣੀਆਂ ਤਾਕਤ ਵਾਲੀਆਂ ਛਾਲਾਂ ਲਹਿਰਾਂ ਮਾਰ ਰਿਹਾ ਹੈ ਜੀ। ਅਤੇ ਇਸ ਮੁਸ਼ਕਲ ਵਾਲੇ ਔਖੇ ਤਰੇ ਜਾ ਸਕਣ ਵਾਲੇ ਸਾਗਰ ਨੂੰ ਕਿਵੇਂ ਤਰਿਆ ਜਾਏ ਜੀ। ਫਿਰ ਗੁਰੂ ਜੀ ਉੱਤਰ ਵਿੱਚ ਜਵਾਬ ਦਿੰਦੇ ਹਨ ਜੀ ਕਿ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਜਹਾਜ਼ ਬਣਾਓ ਜੀ। ਫਿਰ ਉਸ ਵਿੱਚ ਗੁਰਸ਼ਬਦ ਨਾਮ ਰੂਪ ਮਿਲਾ ਬਿਠਾਓ ਜੀ। ਗੁਰਸ਼ਬਦ ਨਾਮ ਰੂਪ ਮਿਲਾ ਨੂੰ ਵਿੱਚ ਬਿਠਾਉਣ ਨਾਲ ਪਰਮੇਸ਼ਰ ਹਰ ਆਪ ਹੀ ਫਿਰ ਪਾਰ ਲੰਘਾ ਦੇਵੇਗਾ ਜੀ। ਇਸ ਤਰ੍ਹਾਂ ਅਤ ਔਖੇ ਮੁਸ਼ਕਲ ਤਰੇ ਜਾ ਸਕਣ ਵਾਲੇ ਸੰਸਾਰ ਰੂਪ ਸਾਗਰ ਨੂੰ ਤਰਿਆ ਜਾ ਸਕਦਾ ਹੈ ਜੀ। ਇਸ ਤਰ੍ਹਾਂ ਜਿਉਂਦੇ ਜੀ ਆਪਣੇ ਪਨ ਦੀ ਭਾਵ ਮੋਹ ਮਾਇਆ ਅਤੇ ਵਿਕਾਰਾਂ ਦੀ ਭਾਵਨਾ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਿਟਾ ਕੇ ਮਰਿਆ ਜਾਂਦਾ ਹੈ ਜੀ। ਅਤੇ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਛਿਣ ਭਰ ਵਿੱਚ ਪਾਪਾਂ ਨੂੰ ਕੱਟ ਦਿੰਦਾ ਹੈ ਜੀ। ਅਤੇ ਸਰੀਰ ਪਵਿੱਤਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜੀਵ ਦਾ ਨਿਸਤਾਰਾ ਭਾਵ ਸਦਗਤੀ ਹੁੰਦੀ ਹੈ ਜੀ। ਅਤੇ ਨਿਕੰਮੇ ਲੋਹੇ ਵਰਗਾ ਮਨ ਕੰਚਨ ਭਾਵ ਸੋਨਾ ਬਣ ਜਾਂਦਾ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਇਸਤਰੀ ਅਤੇ ਮਰਦ ਨੂੰ ਕਾਮ ਵਾਸਨਾ ਵਿਆਪੀ ਰਹਿੰਦੀ ਹੈ ਜੀ। ਉਹ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਨ ਦੀ ਵਿਧੀ ਨੂੰ ਨਹੀਂ ਸਮਝਦੇ ਜੀ। ਉਹਨਾਂ ਨੂੰ ਕਾਮ ਵਾਸਨਾ ਅਤੇ ਮੋਹ ਮਾਇਆ, ਮਾਤਾ ਪਿਤਾ ਪੁੱਤਰ ਭਰਾ ਜ਼ਿਆਦਾ ਪਿਆਰੇ ਲੱਗਦੇ ਹਨ ਜੀ। ਇਸ ਤਰ੍ਹਾਂ ਮੋਹ ਮਾਇਆ ਦੇ ਅਤੇ ਵਿਕਾਰਾਂ ਦੇ ਸੰਸਾਰ ਰੂਪ ਸਾਗਰ ਵਿੱਚ ਬਿਨਾਂ ਪਾਣੀ ਦੇ ਹੀ ਉਹ ਡੁੱਬ ਮਰਦੇ ਹਨ ਜੀ, ਕਿਉਂਕਿ ਉਹਨਾਂ ਨੇ ਆਪਣੀ ਦਵੈਤ ਭਾਵ ਹਉਮੈ ਦੀ ਦੌੜ ਭੱਜ ਕਾਰਨ ਸੰਸਾਰ ਦੀ ਵਾਸਤਵਿਕ ਗਤ ਨੂੰ ਨਹੀਂ ਸਮਝਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਸੰਸਾਰ ਵਿੱਚ ਜੋ ਆਇਆ ਹੈ ਉਹ ਸਭ ਕੋਈ ਸੰਸਾਰ ਤੋਂ ਚਲੇ ਜਾਵੇਗਾ ਜੀ, ਪਰ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਗੁਰ ਗਿਆਨ ਗੁਰਸ਼ਬਦ ਗੁਰਬਾਣੀ ਨਾਮ ਦਾ ਵਿਚਾਰ ਕੀਤਾ ਹੈ ਜੀ, ਉਹੀ ਗੁਰਮੁਖ ਤਰਦੇ ਹਨ ਜੀ। ਜੋ ਗੁਰਮੁਖ ਸਾਧਕ ਬਣ ਜਾਂਦੇ ਹਨ ਜੀ, ਉਹ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਬਖਾਨ ਕਰਦੇ ਹਨ ਜੀ, ਭਾਰ ਸਿਮਰਨ ਕਰਦੇ ਹਨ ਜੀ, ਅਤੇ ਦੂਜਿਆਂ ਨੂੰ ਵੀ ਨਾਲ ਲਾਉਂਦੇ ਹਨ ਜੀ। ਉਹ ਇਸ ਸੰਸਾਰ ਰੂਪ ਔਖੇ ਭਵ ਸਾਗਰ ਤੋਂ, ਸਮੁੰਦਰ ਤੋਂ ਤਰ ਜਾਂਦੇ ਹਨ ਜੀ, ਅਤੇ ਸਾਰੇ ਖਾਨਦਾਨ ਨੂੰ ਭਾਵ ਆਪਣੇ ਪਰਿਵਾਰ, ਆਪਣੇ ਸਾਥੀਆਂ ਸੰਬੰਧੀਆਂ ਨੂੰ ਵੀ ਤਾਰ ਦਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਜੀਵ ਗੁਰਮੁਖ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਆ ਵਸਦਾ ਹੈ ਜੀ, ਉਹ ਗੁਰੂ ਦੀ ਮੱਤ ਰਾਹੀਂ ਪਰਮੇਸ਼ਰ ਨੂੰ ਮਿਲ ਪੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਹ ਸੰਸਾਰ ਪਰਮੇਸ਼ਰ ਦੀ ਰਚੀ ਹੋਈ ਖੇਡ ਹੈ ਜੀ, ਸਾਰੀ ਸ੍ਰਿਸ਼ਟੀ ਉਸ ਦੀ ਰਚੀ ਹੋਈ ਹੈ ਜੀ। ਇਸ ਸੰਸਾਰ ਵਿੱਚ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਨਾਮ ਤੋਂ ਬਿਨਾਂ ਕੋਈ ਵੀ ਸਥਿਰ ਨਹੀਂ ਹੈ ਜੀ। ਫਿਰ ਗੁਰਮੁਖ ਤੁਸੀਂ ਆਪਣੇ ਗੁਰਮੁਖ ਹੋ, ਤੁਸੀਂ ਆਪਣੇ ਹਿਰਦੇ ਵਿੱਚ ਸੱਚੀ ਭਗਤੀ ਰੂਪ ਗੁਰਸ਼ਬਦ ਗੁਰਬਾਣੀ ਨਾਮ ਨੂੰ ਪੱਕੀ ਤਰ੍ਹਾਂ ਟਿਕਾਓ ਜੀ, ਅਤੇ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਨਾਮ ਦਾ ਵਣਜ ਵਪਾਰ ਕਰੋ ਜੀ। ਫਿਰ ਪਰਮੇਸ਼ਰ ਰੂਪ ਰਾਮ ਗੁਰਸ਼ਬਦ ਨਾਮ ਦਾ ਵਣਜ ਵਪਾਰ ਜੋ ਹੈ ਉਹ ਅਗਮ ਅਪਾਰ ਹੈ ਜੀ। ਗੁਰਸ਼ਬਦ ਨਾਮ ਰੂਪ ਧਨ ਗੁਰੂਆਂ ਦੀ ਦਸੀ ਬਾਣੀ ਗੁਰੂ ਦੀ ਮੱਤ ਦੁਆਰਾ ਪ੍ਰਾਪਤ ਹੁੰਦੀ ਹੈ ਜੀ। ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੇਵਾ ਕਰਨਾ, ਸੁਰਤ ਜੋੜਨੀ, ਇਹੀ ਸੱਚੀ ਭਗਤੀ ਹੈ ਜੀ। ਫਿਰ ਅਜਿਹੀ ਭਗਤੀ ਦੁਆਰਾ ਮਾਇਆਵੀ ਵਿਕਾਰ ਅਤੇ ਦੂਜੇ ਭਾਵਨਾ, ਦਵੈਤ ਭਾਵ, ਮੋਹ ਮਾਇਆ ਸਭ ਖਤਮ ਹੋ ਜਾਂਦੇ ਹਨ ਜੀ। ਅਸੀਂ ਮਤਹੀਣ, ਮੂਰਖ, ਨਾ ਸਮਝ ਅਤੇ ਅਗਿਆਨੀ ਹਾਂ ਜੀ। ਸਾਡੇ ਸਤਿਗੁਰਾਂ ਨੇ ਸਾਨੂੰ ਜੀਵਨ ਦੇ ਉਚਿਤ ਮਾਰਗ ਉੱਤੇ ਗੁਰਬਾਣੀ ਗੁਰਗਿਆਨ ਉੱਤੇ ਪਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖ ਸਾਧਕ ਹਰ ਰੋਜ਼ ਪਰਮੇਸ਼ਰ ਹਰ ਦੇ ਗੁਣਾਂ ਦਾ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗਾਇਨ ਕਰਕੇ ਸ਼ੋਭਾਸ਼ਾਲੀ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਆਪ ਹੀ ਸਭ ਕੁਝ ਕਰਦਾ ਹੈ ਜੀ, ਅਤੇ ਆਪ ਹੀ ਸਭ ਕੁਝ ਕਰਾਉਂਦਾ ਹੈ ਅਤੇ ਜੀਵਾਂ ਨੂੰ ਗੁਰਗਿਆਨ ਗੁਰਬਾਣੀ ਦੁਆਰਾ ਪ੍ਰੇਰਿਤ ਕਰਕੇ ਆਪ ਹੀ ਉਹਨਾਂ ਨੂੰ ਕਰਾਉਂਦਾ ਹੈ ਜੀ, ਅਤੇ ਆਪ ਹੀ ਗੁਰਸ਼ਬਦ ਨਾਮ ਦੁਆਰਾ ਉਹਨਾਂ ਗੁਰਮੁਖਾਂ ਨੂੰ ਸਵਾਰਨ ਵਾਲਾ ਹੈ ਜੀ। ਉਹ ਪਰਮੇਸ਼ਰ ਆਪ ਸਤਿਗੁਰ ਰੂਪ ਗੁਰਬਾਣੀ ਹੈ ਜੀ, ਅਤੇ ਆਪ ਹੀ ਗੁਰਸ਼ਬਦ ਨਾਮ ਹੈ ਜੀ।
ਫਿਰ ਪਰਮੇਸ਼ਰ ਆਪ ਹੀ ਜੁਗਾਂ ਜੁਗੰਤਰਾਂ ਵਿੱਚ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰਦੇ ਹਨ, ਉਹਨਾਂ ਭਗਤਾਂ ਨੂੰ ਪਿਆਰਾ ਲੱਗਦਾ ਹੈ ਜੀ। ਅਤੇ ਜੁਗਾਂ ਜੁਗੰਤਰਾਂ 'ਚ ਭਗਤਾਂ ਨੂੰ ਆਪ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਿਆਰਦਾ ਅਤੇ ਸਵਾਰਦਾ ਹੈ ਜੀ। ਅਤੇ ਆਪ ਹੀ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲਗਾਈ ਲੱਗਦਾ ਹੈ ਜੀ, ਅਤੇ ਉਹਨਾਂ ਦੇ ਹਿਰਦੇ ਵਿੱਚ ਵਸਾਉਣ 'ਚ ਉਹਨਾਂ ਦਾ ਮਦਦ ਕਰਦਾ ਹੈ ਜੀ। ਪਰ ਸਾਨੂੰ ਆਪ ਵੀ ਤੇ ਇਹ ਖੇਚਲ ਕੋਸ਼ਿਸ਼ ਕਰਨੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਆਪ ਹੀ ਜਾਣਨ ਵਾਲਾ ਹੈ ਜੀ, ਅਤੇ ਆਪ ਹੀ ਵੇਖਣ ਵਾਲਾ ਹੈ, ਅਤੇ ਆਪ ਹੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੇਵਾ ਕਰਾਉਣ ਵਾਲਾ ਹੈ ਜੀ, ਅਤੇ ਆਪ ਹੀ ਗੁਣਾਂ ਦਾ ਦਾਤਾ ਹੈ ਜੀ, ਸਾਡੇ ਔਗੁਣਾਂ ਨੂੰ ਕੱਟਣ ਵਾਲਾ ਹੈ ਜੀ, ਅਤੇ ਜੀਵ ਦੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਨੂੰ ਵਸਾਉਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਮੈਂ ਸੱਚੇ ਪਰਮੇਸ਼ਰ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੀ, ਜੋ ਗੁਰਸ਼ਬਦ ਗੁਰਬਾਣੀ ਨਾਮ ਅਤੇ ਸਭ ਕੁਝ ਆਪ ਹੀ ਕਰਨ ਅਤੇ ਕਰਾਉਣ ਵਾਲਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਇਹ ਮਾਇਆ ਰੂਪੀ ਸੰਸਾਰ ਨੂੰ ਸਮੁੰਦਰ ਨਾਲ ਤੁਲਨਾ ਦਿੱਤੀ ਹੈ ਜੀ, ਕਿ ਜਿਸ ਤਰ੍ਹਾਂ ਸਮੁੰਦਰ ਤੋਂ ਤਰਨਾ ਔਖਾ ਹੁੰਦਾ ਹੈ ਜੀ, ਉਸੇ ਤਰ੍ਹਾਂ ਹੀ ਮਾਇਆ ਰੂਪ ਸੰਸਾਰ ਦੇ ਮੋਹ ਵਿੱਚੋਂ ਨਿਕਲਣਾ ਬਹੁਤ ਮੁਸ਼ਕਿਲ ਹੈ ਜੀ। ਇਸ ਸੰਸਾਰ ਤੋਂ ਕਿਸ ਤਰ੍ਹਾਂ ਤਰਿਆ ਜਾਵੇ ਜੀ? ਫਿਰ ਗੁਰੂ ਜੀ ਆਪ ਹੀ ਉਸ ਪ੍ਰਸ਼ਨ ਦਾ ਉੱਤਰ ਦਿੰਦੇ ਹਨ ਜੀ। ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ, ਇਨ ਬਦਤ ਤਰੀਏ, ਗੁਰਮੁਖਤ ਭਗਤ ਪ੍ਰਾਪਤ ਹੋਵੇ, ਜੀਵਤ ਆਇਓ ਮਰੀਏ। ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ, ਇਨ ਬਦਤ ਤਰੀਏ, ਗੁਰਮੁਖ ਭਗਤ ਪ੍ਰਾਪਤ ਹੋਵੇ, ਜੀਵਤ ਆਇਓ ਮਰੀਏ। ਗੁਰੂ ਜੀ ਦੱਸਦੇ ਹਨ ਕਿ ਦੁੱਤਰ ਸੰਸਾਰ ਦੁੱਤਰ ਭਾਵ ਬਹੁਤ ਔਖਾ ਇਸ ਸੰਸਾਰ ਹੈ ਜੀ। ਮਾਇਆ ਨੇ ਅਤੇ ਮਾਇਆਵੀ ਵਿਕਾਰਾਂ ਨੇ ਇਸ ਨੂੰ ਮੋਹਿਆ ਹੋਇਆ ਹੈ ਜੀ, ਅਤੇ ਇਸ ਸੰਸਾਰ ਤੋਂ ਨਾ ਤਰਨ ਦਾ ਕਾਰਨ ਇਹੋ ਹੀ ਹੈ ਜੀ ਕਿ ਜੀਵ ਵਿਸ਼ੇ ਕਾਮਨਾ ਦੀ ਪੂਰਤੀ ਵਿੱਚ ਹੀ ਖਚਤ ਰਹਿੰਦੇ ਹਨ ਜੀ। ਇਸ ਤਰ੍ਹਾਂ ਦੀ ਕਿਰਿਆ ਬਿਨਾਂ ਪਾਣੀ ਤੋਂ ਡੁੱਬਣ ਦੇ ਪ੍ਰਤੀਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਜੀਵ ਗੁਰਮਤਿ ਦੁਆਰਾ ਆਪਣੇ ਹਿਰਦੇ ਵਿੱਚ ਪਰਮੇਸ਼ਰ ਰੂਪ ਰਾਮ ਦਾ ਗੁਰਸ਼ਬਦ ਗੁਰਬਾਣੀ ਨਾਮ ਵਸਾ ਲਵੇ ਜੀ, ਤਾਂ ਆਪ ਹੀ ਨਹੀਂ ਆਪਣੇ ਸਾਰੇ ਪਰਿਵਾਰ ਅਤੇ ਜਾਣ ਪਹਿਚਾਣ ਵਾਲਿਆਂ ਨੂੰ ਵੀ ਤਾਰਨ ਵਾਲਾ ਬਣ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਤੇ ਭਗਤੀ ਦੀ ਵਡਿਆਈ ਗੁਰਸ਼ਬਦ ਗੁਰਬਾਣੀ ਨਾਮ ਦੇ ਅੰਦਰ ਵਸ ਜਾਣ ਨਾਲ ਫਿਰ ਹੁੰਦੀ ਹੈ ਜੀ। ਤੇ ਜਦੋਂ ਅੰਦਰ ਨਾਮ ਵਸ ਜਾਂਦਾ ਹੈ ਜੀ, ਤਾਂ ਫਿਰ ਉਹ ਕਹਿੰਦੇ ਹਨ ਜੀ ਕਿ ਫਿਰ ਆਪਣੇ ਅਸਲ ਆਪਣੇ ਮੂਲ ਦੀ ਪਹਿਚਾਣ ਹੋ ਕੇ ਅੰਦਰ ਹੀ ਫਿਰ ਉਸ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਾਇਆਵੀ ਵਿਕਾਰਾਂ ਨੂੰ ਮਾਰ ਕੇ ਉਹਨਾਂ ਤੇ ਕਾਬੂ ਪਾ ਕੇ ਇਸ ਤਰ੍ਹਾਂ ਜੀਂਦਿਆਂ ਮਰਨਾ ਹੈ ਜੀ। ਇਸ ਤਰ੍ਹਾਂ ਦੀ ਮੌਤ ਮਰਨੀ ਹੈ ਜੀ। ਤੇ ਫਿਰ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਮਨ ਵਿੱਚ ਟਿਕਾਣਾ ਹੈ ਤੇ ਹਿਰਦੇ ਵਿੱਚ ਵਸਾਉਣਾ ਹੈ। ਫਿਰ ਗੁਰੂ ਜੀ ਕਹਿੰਦੇ ਜਦੋਂ ਗੁਰਮੁਖ ਨਾਮ ਹਿਰਦੇ ਵਿੱਚ ਵਸਾ ਲੈਂਦੇ ਹਨ ਜੀ, ਤਾਂ ਫਿਰ ਵਾਹਿਗੁਰੂ ਆਪ ਹੀ ਉਹਨਾਂ ਤੋਂ ਗੁਰਸ਼ਬਦ ਗੁਰਬਾਣੀ ਨਾਮ ਦੀ ਭਗਤੀ ਕਰਾਉਂਦਾ ਹੈ ਜੀ, ਅਤੇ ਆਪ ਹੀ ਗੁਰਸ਼ਬਦ ਨਾਮ ਦੁਆਰਾ ਉਹਨਾਂ ਨੂੰ ਸਵਾਰਦਾ ਹੈ ਜੀ।
ਅਤੇ ਆਪ ਹੀ ਉਹਨਾਂ ਤੋਂ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਕਰਾਉਂਦਾ ਹੈ ਜੀ, ਅਤੇ ਆਪ ਹੀ ਉਹਨਾਂ ਦੇ ਅਵਗੁਣਾਂ ਨੂੰ ਬਖਸ਼ ਕੇ ਗੁਣ ਬਖਸ਼ਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹਾਂ, ਇਹ ਮਨੁੱਖਾ ਜੀਵਨ, ਸੰਸਾਰ, ਸਮੁੰਦਰ, ਸਾਗਰ ਬੜਾ ਹੀ ਮੁਸ਼ਕਲ ਹੈ। ਇਸ ਭਾਵ ਮਾਇਆਵੀ ਮੋਹ ਮਾਇਆ ਅਤੇ ਵੀ ਮਾਇਆਵੀ ਵਿਕਾਰ, ਜਿਸ ਤਰ੍ਹਾਂ ਸਮੁੰਦਰ ਛਾਲਾਂ ਮਾਰਦਾ ਹੈ, ਲਹਿਰਾਂ ਮਾਰਦਾ ਹੈ ਜੀ, ਉਸੇ ਤਰ੍ਹਾਂ ਹੀ ਜ਼ਿੰਦਗੀ ਵਿੱਚ ਜੀਵਨ, ਮਨੁੱਖਾ ਜੀਵਨ ਵਿੱਚ ਇਹ ਚੀਜ਼ਾਂ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਮੋਹ ਮਾਇਆ ਅਤੇ ਮਾਇਆਵੀ ਵਿਕਾਰ ਵਿੱਚ ਜੀਵ ਫਸੇ ਹੋਏ ਹਨ ਜੀ। ਅਤੇ ਮੋਹ ਮਾਇਆ ਦੇ ਜੰਜਾਲ ਤੋਂ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਨੂੰ, ਸੰਸਾਰ ਜਗਤ ਰੂਪ ਜੀਵਨ ਨੂੰ ਮਿਲਾ ਬਣਾ ਕੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਜਹਾਜ਼ ਵਿੱਚ ਬੈਠ ਕੇ ਆਪਣੇ ਮਨ ਨੂੰ ਟਿਕਾ ਕੇ ਹਿਰਦੇ ਵਿੱਚ ਵਸਾਉਣਾ ਹੈ ਜੀ। ਫਿਰ ਗੁਰਗਿਆਨ ਰੂਪ ਗੁਰੂ ਆਪਣੀ ਮਿਹਰ ਕਰਕੇ ਆਪਣੇ ਨਾਲ ਜੋੜ ਲਵੇਗਾ ਜੀ। ਇਸ ਤਰ੍ਹਾਂ ਦਵੈਤ ਭਾਵ ਜਿਉਂਦਿਆਂ ਹੀ ਮਾਰਿਆ ਜਾਂਦਾ ਹੈ ਜੀ। ਮੋਹ ਮਾਇਆ ਅਤੇ ਮਾਇਆਵੀ ਵਿਕਾਰ ਖਤਮ ਹੋ ਜਾਂਦੇ ਹਨ ਜੀ। ਸਰੀਰ ਪਵਿੱਤਰ ਹੋ ਜਾਂਦਾ ਹੈ ਜੀ, ਅਤੇ ਆਪ ਮੁਹਾਰੇ ਹੀ ਸੱਚਾ ਪਵਿੱਤਰ ਨਿਰਮਲ ਰੂਪ, ਅੰਮ੍ਰਿਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਮਨ ਅਤੇ ਹਿਰਦੇ ਵਿੱਚ ਟਿਕ ਜਾਂਦਾ ਹੈ ਜੀ, ਅਤੇ ਮੂਲ ਨਾਲ, ਅਸਲ ਮੂਲ ਨਾਲ ਜੁੜ ਕੇ ਪਰਮੇਸ਼ਰ ਨਾਲ ਇਕਮਿਕ ਹੋ ਜਾਂਦਾ ਹੈ ਜੀ। ਅਤੇ ਆਪਣੇ ਪਰਿਵਾਰ ਅਤੇ ਸੰਗੀਆਂ ਸਾਥੀਆਂ ਨੂੰ ਵੀ ਇਸ ਗੁਰਸ਼ਬਦ ਗੁਰਬਾਣੀ ਨਾਮ ਦੀ ਮਹਿਮਾ ਬਾਰੇ ਦੱਸਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।